ਇਹ ਤਾਂ ਸਾਰੇ ਆਪਾਂ ਜਾਣਦੇ ਹੀ ਹਾਂ ਕਿ ਅੱਜ ਸਬ ਇੰਸਪੈਕਟਰ ਪੰਜਾਬ ਪੁਲਿਸ ਦੇ ਪੇਪਰ ਸ਼ੁਰੂ ਹੋ ਚੁੱਕੇ ਨੇ ਔਰ ਸਵੇਰੇ ਦੋ ਸ਼ਿਫਟਾਂ ਦੇ ਵਿੱਚ ਪੇਪਰ 1 ਹੋਇਆ ਸੀਗਾ। ਉਹਦੇ 'ਚ ਜਿਸ ਤਰ੍ਹਾਂ ਦੇ ਕੁਐਸਚਨ ਆਏ ਸੀ ਤੁਹਾਨੂੰ ਮੈਂ ਉਹਨਾਂ ਦੀ ਵੇਰਵਾ ਦਿੱਤਾ ਸੀਗਾ। ਡਿਟੇਲ ਮੈਂ ਤੁਹਾਨੂੰ ਥੋੜ੍ਹੀ ਬਹੁਤੀ ਹੋਰ ਉਹਨਾਂ ਪੇਪਰਾਂ 'ਚ ਦੱਸਾਂਗਾ ਕਿ ਜੀਕੇ ਦੇ ਕੁਐਸਚਨ ਕਿਸ ਤਰੀਕੇ ਦੇ ਆਏ ਸੀ ਉਹਦੇ ਵਿੱਚ, ਔਰ ਕੁਆਂਟ ਦੇ ਕੁਐਸਚਨ ਕਿਸ ਤਰੀਕੇ ਦੇ ਆਏ ਸੀ ਉਹ ਵੀ ਦੱਸਿਆ ਜਾਊਗਾ। ਔਰ ਨਾਲ ਹੀ ਪੰਜਾਬੀ ਦਾ ਪੇਪਰ ਜਿਹੜਾ ਸੀਗਾ ਉਹ ਕਿਸ ਲੈਵਲ ਦਾ ਪੇਪਰ ਸੀਗਾ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਪਰ ਦੂਜੀ ਜਿਹੜੀ ਗੱਲ ਬਹੁਤ ਜ਼ਰੂਰੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਪੇਪਰ 2 ਜਿਹੜਾ ਕਿ ਹੁਣ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਪੇਪਰ ਜਿਹੜਾ ਹੋਇਆ ਅੱਜ ਉਸ ਪੇਪਰ ਦੇ ਵਿੱਚ ਕੀ ਕੁਝ ਆਇਆ ਆਪਾਂ ਉਸ ਚੀਜ਼ ਨੂੰ ਵੀ ਹੁਣੇ ਥੋੜਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਫਸਟ ਆਫ ਆਲ ਲੈਟ ਅਸ ਹੈਵ ਅ ਲੁੱਕ ਐਟ ਦਾ ਪੇਪਰ ਆਲਸੋ ਕਿ ਸਾਡੇ ਪੇਪਰ ਦਾ ਸਿਲੇਬਸ ਕੀ ਸੀ ਅੱਜ ਦਾ। ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਦਾ ਸਾਡਾ ਸਿਲੇਬਸ ਕੀ ਸੀ ਤਾਂ ਉਹਦੇ ਵਿੱਚ ਵਾਟ ਵੀ ਓਬਜ਼ਰਵ ਇਜ਼ ਅੱਜ ਪੇਪਰ 2 ਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਨੇ। ਉਹਦੇ 'ਚ ਨੇ ਰੀਜ਼ਨਿੰਗ ਹੈ, ਇੰਗਲਿਸ਼ ਹੈ ਔਰ ਕੰਪਿਊਟਰ ਹੈ। ਰੀਜ਼ਨਿੰਗ ਦੇ 50 ਕੁਐਸਚਨ ਆਣੇ ਨੇ ਔਰ इंग्लिश के क्वेश्चन आने ने 20 और कंप्यूटर के 30 क्वेश्चन, टोटल 100 क्वेश्चन, 4 नंबर ईच और 400 नंबर का पेपर। और पेपर अज का डिफिकल्ट सी। यह गल सारिਆਂ वास्ते लागू होएगी। ये ना सोचो कि थोड़े कले ਜਿਹੜੇ पेपर दे के आए ने उन्होंने वास्ते लागू है। सारिਆਂ वास्ते पेपर डिफिकल्ट सी क्योंकि रीजनिंग दे विच DI ਦੇ क्वेश्चन बहुत ज़्यादा पूछे गए ने। DI ਦੇ बहुत सारे क्वेश्चन पूछे गए ने। दैट मीनस कि DI की बहुत चंगी तरह तैयारी होनी चाहिए सी। जिमें कि आप कह सकते हैं अज की डेट के कि इन्ना ज़्यादा टाइम नहीं मिला पेपर की तैयारी करने का, इस करके बहुत सारे कैंडीडेट्स पेपर रीजनिंग का खास तौर पर अटैम्प्ट नहीं कर सके। वो देखते हैं असी रीजनिंग के जो मैं थोड़ा कहा कि DI के मैक्सिमम क्वेश्चन आए, पाई चार्ट के क्वेश्चन आए, वो पाई चार्ट ਦੇ बहुत सारे क्वेश्चन आए। फिर पजल्स ਜਿਹੜੀਆਂ ਸੀਗੀਆਂ ਉਹ ਇਹਦੇ ਵਿੱਚ ਬਹੁਤ ਆਈਆਂ। ਸਿਟਿੰਗ ਅਰੇਂਜਮੈਂਟ ਜਿਹੜਾ ਕਿ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਰੀਜ਼ਨਿੰਗ ਦੇ ਸਿਟਿੰਗ ਅਰੇਂਜਮੈਂਟ ਦੇ ਕੁਐਸਚਨ ਬਹੁਤ ਆਉਂਦੇ ਨੇ, ਸਿਟਿੰਗ ਅਰੇਂਜਮੈਂਟ ਦੇ ਕੁਐਸਚਨ ਬਹੁਤ ਆਏ। ਫਿਰ ਨੰਬਰ ਸੀਰੀਜ਼ ਦੇ ਕੁਐਸਚਨ ਆਏ ਔਰ ਅਲਫਾਬੈਟ ਸੀਰੀਜ਼। ਇਹ ਤੁਹਾਨੂੰ ਮੈਂ ਸਿਰਫ ਪੈਟਰਨ ਦੱਸ ਰਿਹਾ ਕਿਉਂਕਿ ਐਗਜ਼ੈਕਟ ਕੁਐਸਚਨ ਕੀ ਹੈਗੇ ਨੇ ਇਹ ਤਾਂ ਇੰਨਾ ਯਾਦ ਨਹੀਂ ਰਹਿ ਸਕਦਾ। ਪਰ ਬੇਸਿਕਲੀ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਸੀਗੇ। ਫਿਰ ਐਲਫਾ ਨਿਊਮੈਰਿਕ ਸੀਰੀਜ਼ ਉਹ ਵੀ ਕੁਐਸਚਨ ਆਏ ਨੇ ਔਰ ਫਿਰ ਕੋਡਿੰਗ ਡੀਕੋਡਿੰਗ। ਸੋ ਟੋਟਲ 50 ਕੁਐਸਚਨ ਜਿਹੜੇ ਨੇ ਉਹ ਰੀਜ਼ਨਿੰਗ ਦੇ ਵਿੱਚੋਂ ਆਏ ਨੇ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ पेपर काफ़ी औखा पेपर सीगा। ये कोडिंग डिकोडिंग के 4-5 क्वेश्चन सीगे। DI के बहुत सारे क्वेश्चन सीगे। DI के जोड़े सीगे यू कैन से कि 4-5 जोड़े सीगे थोड़े फिगर्स दित्तियां सी उन्होंने बेस क्वेश्चन काफ़ी सारे क्वेश्चन बनते सीगे। सिमिलरली पजल के क्वेश्चन जोड़े सीगे वो भी काफ़ी सारे क्वेश्चन सीगे। सो यह पेपर डिफिकल्ट पेपर सीगा जिन्हों आप कह सकते हैं कि मुश्किल पेपर से है। बट वंस अगेन थानू यही कहूँगा, ताकीद करूँगा कि सारिਆਂ वास्ते मुश्किल सी, कल्ले तुहाडिਆਂ वास्ते पेपर ये मुश्किल नहीं सी। फिर आप लैंदे जे आप इंग्लिश का पेपर लैंदे इंग्लिश का के पेपर ट्रांसलेशन सी 5 नंबर की। 5 नंबर की ट्रांसलेशन सी। पैराग्राफ सीगा ਉਹਦੇ 5 क्वेश्चन 5 नंबर के 4 नंबर के। बेसिकली हर एक मान लो कि यह 4 का क्वेश्चन होएगा ये, ठीक है जी। फिर थोड़े रीअरेंजमेंट सीगा जोड़ा कि आम तौर पर इंग्लिश के पेपर के थोड़ा नज़र आएगा। रीअरेंजमेंट होएगा। 5 क्वेश्चन इसके भी सीगे। सिनोनिम ते एंटोनिम, ठीक है जी। ये दो क्वेश्चन इस तो सीगे। सिनोनिम के 2 क्वेश्चन सीगे। 3 क्वेश्चन सीगे ये। फिर फिल इन द ब्लैंक्स सीगे, ठीक है। ये 2-3 क्वेश्चन सीगे। सो ये जोड़े क्वेश्चन आपको आए ने टोटल 20 क्वेश्चन आए ने
ਔਰ ਅਸੀਂ ਦੇਖਦੇ ਹਾਂ ਕਿ ਇਸ ਤਰੀਕੇ ਨਾਲ ਇਹ ਵੀ ਕੁਐਸਚਨ ਹੋ ਜਾਂਦੇ। ਇਹ ਪੇਪਰ ਕੰਪੈरेटिवली ਈਜ਼ੀ ਸੀ, ਇਹ ਵਾਲਾ ਪੇਪਰ ਕੰਪੈरेटिवली ਈਜ਼ੀ ਸੀ। ਹੁਣ ਦੇਖਦੇ ਹਾਂ ਕਿ ਜਿਹੜਾ ਤੀਜਾ ਪੇਪਰ ਆਪਣੇ ਕੋਲ ਆਇਆ ਸੀਗਾ, ਤੀਜਾ ਪੇਪਰ ਸੀਗਾ ਆਪਣੇ ਕੋਲ ਕੰਪਿਊਟਰ ਦਾ। ਕੰਪਿਊਟਰ ਦਾ ਪੇਪਰ ਸੀਗਾ, 30 ਕੁਐਸਚਨ, ਪੇਪਰ ਡਿਫਿਕਲਟ ਸੀ ਕਾਫੀ। ਇਹਨਾਂ ਨੇ MS ਆਫਿਸ ਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਸੀਗੇ ਔਰ ਲੇਟੈਸਟ MS ਆਫਿਸ ਦੇ ਉੱਤੇ ਬੇਸਿਕ ਕੁਐਸਚਨ ਸੀਗੇ। 2019 ਦੇ ਜਿਹੜਾ MS ਆਫਿਸ ਹੋਏਗਾ ਉਹਦੇ ਉੱਤੇ ਕਾਫੀ ਸਾਰੇ ਬੇਸਿਕ ਕੁਐਸਚਨ ਜਿਹੜੇ ਸੀਗੇ ਉਹ ਪਾਏ ਹੋਏ ਸੀਗੇ। ਫਿਰ ਸ਼ਾਰਟਕਟ ਕੀਜ਼, ਉਸ ਦੇ ਉੱਤੇ ਕਾਫੀ ਸਾਰੇ ਕੁਐਸਚਨ ਸੀਗੇ ਔਰ ਉਹ ਵੀ 2019 ਦੀਆਂ ਸ਼ਾਰਟਕਟ ਕੀਜ਼ ਦੇ ਉੱਤੇ ਕੁਐਸਚਨ ਸੀਗੇ। ਫਿਰ ਇੰਟਰਨੈਟ, ਠੀਕ ਹੈ ਜੀ, 2-3 ਕੁਐਸਚਨ ਇਸ ਦੇ ਉੱਤੇ ਵੀ ਸੀ। ਟੋਟਲ 30 ਕੁਐਸਚਨ ਜਿਹੜੇ ਸੀਗੇ ਕੰਪਿਊਟਰ ਦੇ ਵਿੱਚੋਂ ਆਏ ਸੀਗੇ ਔਰ ਜੇ ਮੈਂ ਤੁਹਾਨੂੰ ਦੱਸਿਆ ਕਿ MS ਆਫਿਸ ਦੇ ਵਿੱਚੋਂ ਹੀ ਇਕੱਲਿਆਂ ਘੱਟੋ ਘੱਟ 10 ਕੁਐਸਚਨ ਤਾਂ ਕਹਿੰਦੇ ਕਿ MS ਆਫਿਸ ਦੇ ਵਿੱਚੋਂ ਹੀ ਆਏ ਹੋਣਗੇ, ਬਾਕੀ ਕੁਐਸਚਨ ਇਸ ਤਰ੍ਹਾਂ ਦੇ ਹੋਰ ਉਹਨਾਂ ਨੇ ਪਾਏ ਹੋਏ ਸੀ। ਸੋ ਵਾਂਸ ਅਗੇਨ ਲੈਵਲ ਆਫ ਪੇਪਰ ਵਾਜ਼ ਵੈਰੀ ਡਿਫਿਕਲਟ, ਜਿਵੇਂ ਕਿ ਸੁਣਨ ਦੇ ਵਿੱਚ ਆ ਰਿਹਾ ਹੈ। ਤੋ ਦਿਸ ਵਾਜ਼ ਦਾ ਪੈਟਰਨ ਆਫ ਦਾ ਐਗਜ਼ਾਮੀਨੇਸ਼ਨ, ਜਿਹੜਾ ਕਿ ਆਪਾਂ ਗੱਲ ਕਰ ਰਹੇ ਹਾਂ ਪੇਪਰ 2 ਦੀ ਗੱਲ ਕਰ ਰਹੇ ਹਾਂ, ਜਿਹੜਾ ਕਿ ਸਬ ਇੰਸਪੈਕਟਰ ਦਾ ਹੋਇਆ। ਔਰ ਇਸ ਤੋਂ ਇਲਾਵਾ ਜਿਹੜੇ ਕੈਂਡੀਡੇਟਸ ਨੇ ਪੇਪਰ ਹਾਲੇ ਦੇਣਾ ਹੈ ਉਹਨਾਂ ਵਾਸਤੇ ਜਿਹੜਾ ਪੇਪਰ 1 ਹੋਇਆ ਸੀਗਾ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਆਈਆਂ ਸੀਗੀਆਂ ਉਹ ਵੀ ਆਪਾਂ ਦੇਖ ਲੈਂਦੇ ਹਾਂ। ਕਿ GK ਦੇ ਵਿੱਚ ਉੱਥੇ ਜਿਵੇਂ ਟਰਮਸ ਪੁੱਛੀਆਂ ਗਈਆਂ, ਫੁੱਲ ਫਾਰਮ ਪੁੱਛੀ ਗਈ AIFI, ਠੀਕ ਹੈ ਜੀ, ਆਲ ਇੰਡੀਆ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਸੀਗੇ ਪੁੱਛੇ ਗਏ। ਉੱਥੋਂ ਫਿਰ ਉਹ ਸਰਦਾਰ ਭਗਤ ਸਿੰਘ ਨੇ ਮੂਵਮੈਂਟ ਸ਼ੁਰੂ ਕੀਤੀ ਸੀ, ਕਿਹੜੇ ਸਾਲ 'ਚ ਸ਼ੁਰੂ ਕੀਤੀ ਸੀਗੀ ਉਹ, ਠੀਕ ਹੈ ਜੀ। ਸੋ ਉਹ 1926 ਉਹਦਾ ਆਨਸਰ ਸੀਗਾ ਕਿ ਉਹਨਾਂ ਨੇ ਜਿਹੜੀ ਮੂਵਮੈਂਟ ਸ਼ੁਰੂ ਕੀਤੀ ਸੀਗੀ ਦੈਟ ਸਟਾਰਟਡ, ਉਹਦਾ 1926 ਆਨਸਰ ਸੀਗਾ ਉਹ। ਫਿਰ ਜਲਿਆਂਵਾਲੇ ਬਾਗ ਬਾਰੇ ਕੁਐਸਚਨ ਸੀਗਾ, ਠੀਕ ਹੈ ਜੀ। ਇਹਦੇ 'ਚ ਇਹ ਵੀ ਸੀਗਾ ਕਿ ਮਾਈਕਲ ਓਡਾਇਰ ਨੂੰ ਕਿਹਨੇ ਮਾਰਿਆ, ਹੂ ਕਿਲਡ। ਆਪਾਂ ਜਾਣਦੇ ਹਾਂ ਕਿ ਊਧਮ ਸਿੰਘ ਨੇ 1940 ਦੇ ਵਿੱਚ ਉਹਨੂੰ ਗੋਲੀ ਮਾਰੀ ਸੀਗੀ, ਠੀਕ ਹੈ ਜੀ। ਫਿਰ ਇੰਟਰਨੈਸ਼ਨਲ GK ਦੇ ਉੱਤੇ ਵੀ ਕਾਫੀ ਕੁਐਸਚਨ ਸੀਗੇ, ਇੰਟਰਨੈਸ਼ਨਲ GK ਦੇ ਉੱਤੇ ਵੀ ਕੁਐਸਚਨ, ਇਹ ਵੀ ਕੁਐਸਚਨ ਪੁੱਛਿਆ ਗਿਆ ਸੀਗਾ ਕਿ ਡੀਪੈਸਟ ਮਾਈਨ ਕਿੱਥੇ ਹੈ ਨਾ। ਇਹ ਮੈਂ ਕਹਿੰਦਾ ਕਿ ਇਸ ਤਰ੍ਹਾਂ ਦੇ ਸਟੂਪਿਡ ਜਿਹੇ ਕੁਐਸਚਨ ਨੇ ਇਹ, ਠੀਕ ਹੈ ਜੀ, ਜਿਵੇਂ ਕਿ ਨਹੀਂ ਹੋਣੇ ਚਾਹੀਦੇ ਇਹ। ਸੋ ਬਟ ਇਟ ਵਾਜ਼ ਆਲਸੋ ਦੇਅਰ। ਫਿਰ ਚਾਈਲਡ ਅਬਿਊਜ਼ ਦੇ ਉੱਤੇ ਕੁਐਸਚਨ ਸੀਗੇ। 2012 ਦੇ ਵਿੱਚ ਜਿਹੜਾ ਕਾਨੂੰਨ ਸੀਗਾ ਔਰ 2020 ਦੇ ਵਿੱਚ ਇੱਥੇ ਕੁਝ ਚੇਂਜਸ ਹੋਈਆਂ ਨੇ। 2012 ਦੇ ਵਿੱਚ ਕਿਹੜੀ ਚੀਜ਼ ਨਹੀਂ ਸੀ, ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਸੀਗੇ ਇਹਦੇ 'ਚ ਪਾਏ ਗਏ ਨੇ। ਫਿਰ ਸੈਕਸ਼ੂਅਲ ਹਰੈਸਮੈਂਟ ਦੇ ਉੱਤੇ ਕੁਐਸਚਨ ਸੀਗੇ, ਨਿਰਭੈ ਕੇਸ ਦੇ ਬੇਸਿਸ ਦੇ ਉੱਤੇ ਕੁਐਸਚਨ ਸੀਗੇ, ਠੀਕ ਹੈ ਜੀ। ਫਿਰ ਇਸ ਤੋਂ ਇਲਾਵਾ ਫਿਜ਼ੀਕਲ ਜੋਗਰਾਫੀ ਦੇ ਉੱਤੇ ਫਿਜ਼ੀਕਲ ਜੋਗਰਾਫੀ ਬੇਸਡ ਕੁਐਸਚਨ ਸੀਗੇ, ਠੀਕ ਹੈ ਜੀ। ਪੰਜਾਬ ਦੇ ਨਾਰਥ ਵਿੱਚ ਕਿਹੜੀਆਂ ਹਿਲਸ, ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਸੀਗੇ ਉਹ ਵੀ ਪਾਏ ਜਾਂਦੇ ਇਹਦੇ 'ਚ ਆਏ ਸੀਗੇ ਕਿ ਪੰਜਾਬ ਦੇ ਨਾਰਥ ਵਿੱਚ ਕਿਹੜੀਆਂ ਕਿਸ ਤਰ੍ਹਾਂ ਦੀਆਂ ਹਿਲਸ ਹੈਗੀਆਂ ਨੇ। ਫਿਰ ਇਕੋਨਮੀ ਦੇ ਉੱਤੇ ਜਿਹੜੇ ਸੀਗੇ ਉਹ ਵੀ ਕੁਐਸਚਨ ਪਾਏ ਗਏ ਸੀਗੇ। ਮੋਨਿਟਰੀ ਪਾਲਿਸੀ ਦੇ ਉੱਤੇ ਕੁਐਸਚਨ ਪਾਇਆ ਗਿਆ ਸੀਗਾ, ਕੁਐਸਚਨ ਪਾਇਆ ਗਿਆ ਸੀਗਾ। ਫਿਰ ਇੰਡਸਟਰੀਅਲ ਪਾਲਿਸੀ, ਅਸੀਂ ਸਾਰੇ ਜਾਣਦੇ ਹਾਂ ਕਿ ਇੰਡਸਟਰੀਅਲ ਪਾਲਿਸੀ ਬੇਸਿਕਲੀ ਇਹ ਕਦੋਂ ਬਣੀਆਂ ਸੀਗੀਆਂ। ਇੱਕ ਤਾਂ 1956 ਦਾ ਰੈਜ਼ੋਲੂਸ਼ਨ ਸੀਗਾ, ਫਿਰ 1962 ਦਾ ਰੈਜ਼ੋਲੂਸ਼ਨ ਸੀਗਾ, ਫਿਰ 1991 ਦਾ ਰੈਜ਼ੋਲੂਸ਼ਨ ਜਿਹੜਾ ਸੀਗਾ ਜਾਣਦੇ ਹਾਂ ਅਸੀਂ ਕਿ ਵੀ ਦੈਟ ਵਾਜ਼ ਇਨ ਦਾ 22 ਜੁਲਾਈ 91 ਨੂੰ ਡਾਕਟਰ ਮਨਮੋਹਨ ਸਿੰਘ ਨੇ ਜਿਹੜਾ ਬਜਟ ਪੇਸ਼ ਕੀਤਾ ਸੀਗਾ ਉਹਦੇ ਬਹੁਤ ਸਾਰੀਆਂ ਚੇਂਜਸ ਜਿਹੜੀਆਂ ਸੀ ਇੰਡਸਟਰੀਅਲ ਪਾਲਿਸੀ ਦੇ ਵਿੱਚ ਲੈ ਕੇ ਆਉਂਦੀਆਂ ਗਈਆਂ ਸੀਗੀਆਂ। ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਸੀਗੇ ਐਗਜ਼ਾਮ ਦੇ ਵਿੱਚ ਕਾਫੀ ਆਏ ਨੇ। ਦੈਟ ਇਜ਼ ਅਬਾਊਟ ਦਾ GK। ਫਿਰ ਇਹਦੇ ਨਾਲ ਅਸੀਂ ਹੋਰ ਕੀ ਦੇਖਦੇ ਹਾਂ,
ਜੋਗ੍ਰਾਫੀਕਲ ਫੀਚਰ ਦੇ ਹੋ ਗਏ ਤੁਹਾਡੇ ਕੁਐਸਚਨ, ਇੰਡਸਟਰੀਅਲ ਪਾਲਿਸੀ ਦੇ ਹੋ ਗਏ, ਠੀਕ ਹੈ, ਪੰਜਾਬ ਦੇ ਨਾਰਥ ਹਿਲਸ ਹੋ ਗਈਆਂ, ਇਹਨਾਂ ਦੇ ਉੱਤੇ ਕੁਐਸਚਨ ਹੋ ਗਿਆ। ਦੈਨ ਇੱਕ ਕੁਐਸਚਨ ਇਸ ਤਰ੍ਹਾਂ ਦਾ ਵੀ ਸੀਗਾ, ਆਈਲੈਂਡ ਦਾ ਨਾਮ ਪੁੱਛਿਆ ਸੀਗਾ, ਇੱਕ ਆਈਲੈਂਡ ਦਾ ਨਾਮ ਦਿੱਤਾ ਸੀਗਾ ਕਿ ਇਹ ਕਿਹੜੀ ਯੂਨੀਅਨ ਟੈਰੀਟਰੀ ਦੇ ਵਿੱਚ ਆਉਂਦਾ ਹੈ, ਠੀਕ ਹੈ ਜੀ। ਕੋਈ ਏ ਤੋਂ ਕੋਈ ਨਾਮ ਸ਼ੁਰੂ ਹੁੰਦਾ ਸੀ, ਆਈ ਵਾਜ਼ ਨਾਟ ਏਬਲ ਟੂ ਫਾਈਂਡ ਆਊਟ ਸੱਚੇ, ਕਿਉਂਕਿ ਅੰਡੇਮਾਨ ਹੀ ਮੈਨੂੰ ਇੱਕ ਐਸਾ ਮਿਲਿਆ ਆਈਲੈਂਡ ਜਿਹੜਾ ਕਿ ਯੂਨੀਅਨ ਟੈਰੀਟਰੀ ਹੈ, ਪਰ ਇੱਕ ਆਈਲੈਂਡ। ਪਰ ਇਸ ਤਰ੍ਹਾਂ ਦੇ ਕੁਐਸਚਨ, ਕਿਉਂਕਿ ਅਸੀਂ ਜਾਣਦੇ ਹਾਂ ਕਿ ਅੰਡੇਮਾਨ ਨਿਕੋਬਾਰ ਦੇ ਤਕਰੀਬਨ 570 ਆਈਲੈਂਡ ਨੇ, ਔਰ ਲਕਸ਼ਦੀਪ ਵਾਲੀ ਸਾਈਡ ਦੇ ਉੱਤੇ ਤਕਰੀਬਨ 40 ਆਈਲੈਂਡ ਨੇ। ਸੋ ਇਸ ਤਰ੍ਹਾਂ ਦੇ ਕੁਐਸਚਨ ਕਾਫੀ ਡਿਫਿਕਲਟ ਕੁਐਸਚਨ ਹੋ ਜਾਂਦੇ ਨੇ ਪੁੱਛਣੇ। ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਣੇ ਚਾਹੀਦੇ ਨੇ, ਪਰ ਇਹ ਕੁਐਸਚਨ ਜਿਹੜੇ ਸੀਗੇ ਜੀਕੇ ਦੇ ਵਿੱਚ ਪੁੱਛੇ ਗਏ ਨੇ। ਇਸ ਤੋਂ ਇਲਾਵਾ ਵੀ ਅਸੀਂ ਹੋਰ ਦੇਖਦੇ ਹਾਂ ਕਿ ਲੀਗਲ ਸੈਕਸ਼ਨਸ ਔਰ ਉਹ ਕਿਸ ਚੀਜ਼ ਨੂੰ ਡੀਲ ਕਰਦੇ ਨੇ, ਉਹਨਾਂ ਦੇ ਪੇਅਰਿੰਗ, ਉਸ ਚੀਜ਼ ਨੂੰ ਆਈਡੈਂਟੀਫਾਈ ਕਰਨਾ ਸੀਗਾ। ਇਹ ਵੀ ਕੁਐਸਚਨ ਜਿਹੜੇ ਸੀਗੇ ਇਹਦੇ ਵਿੱਚ ਆਏ ਨੇ। ਉਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਜਿਹੜੇ ਪੇਪਰ ਫਸਟ ਸ਼ਿਫਟ ਦੇ 'ਚ ਹੋਇਆ ਸੀਗਾ, ਉਹਦੇ 'ਚ ਸਿੰਘ ਸਭਾ ਬਾਰੇ ਕੁਐਸਚਨ ਸੀਗਾ। ਸਿੰਘ ਸਭਾ ਚੀਫ ਖਾਲਸਾ ਦੀਵਾਨ ਦੇ ਵਿੱਚ ਕਦੋਂ ਮਤਲਬ ਚੇਂਜ ਹੋ ਗਈ, ਠੀਕ ਹੈ ਜੀ। ਦੈਟ ਵਾਜ਼ 1883 ਦੇ ਵਿੱਚ ਬੇਸਿਕਲੀ ਅਸੀਂ ਜਾਣਦੇ ਹਾਂ ਇਹ, ਠੀਕ ਹੈ ਜੀ। ਫਿਰ ਅਸੀਂ ਇਹ ਵੀ ਦੇਖਿਆ ਸੀਗਾ ਕਿ ਦਿਲਰੁਬਾ ਜਿਹੜਾ ਕਿ ਮਿਊਜ਼ੀਕਲ ਇੰਸਟਰੂਮੈਂਟ ਹੈ, ਇਹ ਕਿਹੜੇ ਗੁਰੂ ਸਾਹਿਬ ਨਾਲ ਰਿਲੇਟਡ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਰਿਲੇਟਡ ਹੈ ਇਹ, ਠੀਕ ਹੈ। ਫਿਰ ਸ਼ਿਮਲੇ ਦੇ ਵਿੱਚ ਉਹਨਾਂ ਨੇ ਪੁੱਛਿਆ ਸੀ ਕਿ 4 ਇੰਸਟੀਚਿਊਟਸ ਦਿੱਤੀਆਂ ਸੀਗੀਆਂ, ਕਿਹੜੀ ਇੰਸਟੀਚਿਊਟ ਉਹਦੇ ਵਿੱਚ ਨਹੀਂ ਹੈ, ਠੀਕ ਹੈ ਜੀ। ਬਹੁਤ ਸਟੂਪਿਡ ਜਿਹਾ ਕੁਐਸਚਨ ਲੱਗਿਆ ਮੈਨੂੰ ਇਹ, ਠੀਕ ਹੈ ਜੀ, ਕਿਉਂਕਿ ਇਸ ਤਰ੍ਹਾਂ ਤਾਂ ਇਟ ਬਿਕਮਸ ਵੈਰੀ ਡਿਫਿਕਲਟ ਟੂ ਰਿਮੈਂਬਰ ਆਲ ਦਾ ਇੰਸਟੀਚਿਊਟ ਕਿ ਕਿਹੜੀ ਇੰਸਟੀਚਿਊਟ ਉੱਥੇ ਹੈ, ਕਿਹੜੀਆਂ ਨਹੀਂ ਹੈਗੀਆਂ ਨੇ। ਫਿਰ 25 ਕਰੋੜ ਦਾ ਇੱਕ ਫਾਈਨ ਲਗਾਇਆ ਸੀਗਾ, ਉਹ ਕਿਹੜੀ ਆਰਗੇਨਾਈਜੇਸ਼ਨ 'ਤੇ ਲਗਾਇਆ ਸੀ, ਉਹ ਯੈਸ ਬੈਂਕ 'ਤੇ ਲਗਾਇਆ ਸੀਗਾ, ਠੀਕ ਹੈ ਨਾ। ਬਟ ਵਾਂਸ ਅਗੇਨ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਸੀਗੇ ਪੁੱਛਣੇ, ਮੈਨੂੰ ਲੱਗਦਾ ਨਹੀਂ ਕਿ ਵੀ, ਕਿਉਂਕਿ ਫਾਈਨ ਬਹੁਤ ਲੱਗਦੇ ਨੇ। ਸੈਬੀ ਨੇ ਫਾਈਨ ਲਗਾਇਆ, ਰਿਜ਼ਰਵ ਬੈਂਕ ਆਫ ਇੰਡੀਆ ਕਈ ਬੈਂਕਾਂ 'ਤੇ ਫਾਈਨ ਲਾਉਂਦਾ, HDFC 'ਤੇ ਫਾਈਨ ਲਾਇਆ, ਕਿ ਉਹ ਸਟੇਟ ਬੈਂਕ 'ਤੇ ਵੀ ਫਾਈਨ ਲਾਏ ਨੇ। ਸੋ ਇਟ ਬਿਕਮਸ ਵੈਰੀ ਡਿਫਿਕਲਟ ਕਿ ਵੀ ਯਾਦ ਰੱਖਿਆ ਜਾਵੇ ਕਿ ਕਿੰਨਾ ਫਾਈਨ ਕਿਹੜੀ ਆਰਗੇਨਾਈਜੇਸ਼ਨ 'ਤੇ ਲਗਾਇਆ ਗਿਆ। ਨਮਾਮੀ ਗੰਗੇ ਦੇ ਉੱਤੇ ਵੀ ਜਿਹੜਾ ਸੀਗਾ, ਉਹਦੇ ਉੱਤੇ ਕੁਐਸਚਨ ਸੀਗਾ, ਕਿੰਨੀ ਇਹਦੇ ਵਾਸਤੇ ਜਿਹੜੀ ਸੀਗੀ ਲੋਨ ਮਿਲਿਆ, ਪਤਾ ਨਹੀਂ ਕਿੰਨੀ ਵਾਰ ਲੋਨ ਮਿਲ ਚੁੱਕਿਆ ਨਮਾਮੀ ਗੰਗੇ ਦੇ ਉੱਤੇ ਪ੍ਰੋਜੈਕਟ ਵਾਸਤੇ। ਸੋ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਸੀਗੇ ਵਾਂਸ ਅਗੇਨ ਥੋੜ੍ਹੇ ਜਿਹੇ ਅਟਪਟੇ ਜਿਹੇ ਲੱਗਦੇ ਨੇ। ਫਿਰ ਇੰਡੀਅਨ ਬੈਂਕਿੰਗ ਐਂਡ ਬੈਂਕਰਪਸੀ ਐਕਟ, ਠੀਕ ਹੈ ਜੀ, ਇਸ ਦੇ ਉੱਤੇ ਕੁਐਸਚਨ ਸੀਗਾ, ਬੈਂਕਰਪਸੀ ਐਕਟ ਦੇ ਉੱਤੇ, ਠੀਕ ਹੈ। ਆਈ ਥਿੰਕ ਇਹ ਵੀ ਅਸੀਂ ਤੁਹਾਨੂੰ ਦੱਸਿਆ ਹੋਇਆ, ਪੜ੍ਹਾਇਆ ਸੀਗਾ। ਬੇਸਿਕਲੀ ਅਸੀਂ ਜਦੋਂ ਅਸੀਂ ਪੜ੍ਹਾਉਂਦੇ ਹਾਂ ਤਾਂ ਉਹਦੇ 'ਚ ਇਹ ਚੀਜ਼ ਨੂੰ ਡਿਟੇਲ 'ਚ ਡਿਸਕਸ ਕੀਤਾ ਜਾਂਦਾ ਹੈ ਕਿ ਬੈਂਕਰਪਸੀ ਐਕਟ ਜਿਹੜਾ ਸੀਗਾ ਇਹ ਕਦੋਂ ਬਣਿਆ, ਔਰ ਇਹਦੇ ਵਿੱਚ ਪ੍ਰੋਸੈਸ ਕੀ ਹੁੰਦਾ ਹੈ, ਰੈਜ਼ੋਲੂਸ਼ਨ ਪਲਾਨਸ ਬਣਦੀਆਂ ਨੇ, ਔਰ ਲੇਟੈਸਟ ਜਿਹੜੀ ਸੀਗੀ ਇਹਦੇ ਵਿੱਚ ਚੇਂਜ ਆਈ ਹੈ MSME ਬਾਰੇ ਜਿਹੜਾ ਸੀਗਾ ਲੇਟੈਸਟ ਇੱਕ ਅਮੈਂਡਮੈਂਟ ਕੀਤੀ ਗਈ ਹੈ ਹੁਣੇ ਬਜਟ ਸੈਸ਼ਨ ਦੇ ਵਿੱਚ, ਉਹਦੇ ਬਾਰੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਫਿਰ ਤੁਹਾਡਾ WHO, ਠੀਕ ਹੈ ਜੀ, WHO ਬਾਰੇ ਜਿਹੜਾ ਸੀਗਾ ਕੁਐਸਚਨ ਸੀਗਾ ਕਿ ਇਹ ਕਿਸ ਚੀਜ਼ ਬਾਰੇ ਡੀਲ ਕਰਦਾ, ਕਿਸ ਚੀਜ਼ ਬਾਰੇ ਡੀਲ ਨਹੀਂ ਕਰਦਾ। ਉਹ ਵਾਂਸ ਅਗੇਨ ਬਹੁਤ ਹੀ ਮੈਨੂੰ ਲੱਗਿਆ ਨਹੀਂ ਕਿ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਸੀਗੇ ਇਹ ਹੋਣੇ ਚਾਹੀਦੇ ਨੇ। ਫਿਰ ਡਾਕਟਰ APJ ਅਬਦੁਲ ਕਲਾਮ, ਉਹਨਾਂ ਦੀ ਬੁੱਕਸ ਜਿਹੜੇ ਸੀਗੀਆਂ, ਵਿੰਗਸ ਆਫ ਫਾਇਰ ਹੈ ਬੇਸਿਕਲੀ, ਵਿੰਗਸ ਆਫ ਫਾਇਰ। ਫਿਰ ਮਿਸਟਰ ਪ੍ਰਣਬ ਮੁਖਰਜੀ, ਉਹਨਾਂ ਦੀਆਂ ਬੁੱਕਸ, ਉਹਨਾਂ ਨੇ 2 ਸੀਰੀਜ਼ ਦੇ ਵਿੱਚ ਆਪਣੀ ਕਿਤਾਬ ਲਿਖੀ ਸੀ, ਜਿਹਦੇ 'ਚ ਸਾਰੀ ਉਹਨਾਂ ਨੇ ਆਪਣੀ ਲਾਈਫ ਹਿਸਟਰੀ ਬਾਰੇ, ਕਿ ਕਾਂਗਰਸ ਦੇ ਬਾਰੇ ਕਾਫੀ ਡਿਟੇਲ ਦੇ ਵਿੱਚ ਲਿਖਿਆ ਸੀਗਾ। ਸੋ ਉਹਨਾਂ ਬਾਰੇ ਜਿਹੜਾ ਸੀਗਾ ਕੁਐਸਚਨ ਪੁੱਛਿਆ ਗਿਆ ਸੀਗਾ। ਫਿਰ FIFA ਅਵਾਰਡ, ਠੀਕ ਹੈ ਜੀ, ਇਹ ਲੈਵਨ ਡੇਵਿਸਕੀ ਨੂੰ ਮਿਲਿਆ ਸੀਗਾ, ਠੀਕ ਹੈ ਜੀ। ਫੁੱਟਬਾਲਰ ਆਫ ਦਾ ਈਅਰ ਅਵਾਰਡ ਉਸ ਨੂੰ ਮਿਲਿਆ ਸੀਗਾ। ਔਰ ਹੋਰ ਕੁਐਸਚਨ ਜਿਹੜੇ ਸੀਗੇ ਇਹਦੇ ਵਿੱਚ, ਸੋ ਬੇਸਿਕਲੀ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਸੀਗੇ ਇਹ ਪੁੱਛੇ ਗਏ ਨੇ ਇਹ, ਠੀਕ ਹੈ ਜੀ। ਜੇ ਤੁਹਾਨੂੰ ਯਾਦ ਹੋਵੇ
26 जनवरी वाले दिन झंडा फहराने तो बाद प्रधानमंत्री जी उत्थे एक हार्ट लगी सीगी, ठीक है जी। और उस हार्ट दे विच दैट इज़ बेसिकली मिनिस्ट्री ऑफ माइनॉरिटी अफेयर दी जिहड़ी सीगी ये ह्यूमन हार्ट जिहड़ी लगी सीगी, ये मिनिस्ट्री ऑफ माइनॉरिटी अफेयर ਜਿਹੜੇ ਮਾਈਨੋਰਿਟੀ ਨੂੰ ਬਿਲੋਂਗ ਕਰਦੇ ਨੇ ਆਰਟੀਜ਼ਨਸ, ਉਹਨਾਂ ਦੇ ਡਿਸਪਲੇ ਹੋਇਆ ਸੀਗਾ, ਉੱਥੇ ਗਏ ਸੀਗੇ ਤੇ ਤੁਹਾਨੂੰ ਯਾਦ ਹੋਵੇ ਤੇ ਟੀਵੀ ਤੇ ਕਾਫੀ ਦਿਖਾਇਆ ਗਿਆ ਸੀਗਾ। ਇਹਦੇ ਬਾਰੇ ਜਿਹੜਾ ਸੀਗਾ ਇੱਕ ਕੁਐਸਚਨ ਜਿਹੜਾ ਸੀਗਾ ਉੱਥੇ ਪੁੱਛਿਆ ਗਿਆ ਸੀਗਾ ਨਾ। ਇੱਕ ਕੁਐਸਚਨ ਜਿਹੜਾ ਪੁੱਛਿਆ ਗਿਆ ਇੱਥੇ ਹੋਰ ਕਿ ਇੰਡੀਆ ਦੇ ਵਿੱਚ ਐਗਰੀਕਲਚਰ ਦੇ ਵਿੱਚ ਕਿੰਨੀ ਪੋਪੂਲੇਸ਼ਨ ਜਿਹੜੀ ਹੈਗੀ ਹੈ ਇਹ ਐਂਗੇਜਡ ਹੈ, ठीक है जी। नाउ दिस इज़ वंस अगेन वेरी डाइसी क्वेश्चन, और क्यों? क्योंकि किहड़े ईयर की गल की गई है ये नहीं पता। जदों आपां पिछले साल देखते हैं इट बिकेम 44% भी हो गई सी, और 2020 देखते हैं तो यह वध के जिहड़ा सीगा इस तो वध भी गई सी ये, क्योंकि 2020 पेंडेमिक करके जिहड़ा सीगा लोकी फैक्ट्रियां छड्ड के पिंडां 'च वापस चले गए, और जिहड़ा उदों दा डाटा कहता कि एग्रीकल्चर दे विच जिहड़ी सीगी पॉपूलेशन या उहदे विच जिहड़ी इंप्लॉयमेंट जिहड़ी सी वो वध गई सीगी। सो इस तरह के क्वेश्चन जिहड़े सीगे मैनूं लगदा नहीं कि इस तरह के क्वेश्चन किते एग्जाम च होने चाहिए सीगे। ये क्वेश्चन भी एग्जाम च पुछे गए ने। सो दीज आर द बेसिक क्वेश्चन जिहड़े कि तुहानूं मैं दस्सिया कि इहदे पेपरां दे विच आए ने ये। एंड दैन अजंता अलोरा बारे भी क्वेश्चन सीगा। दैन देयर वाज अ क्वेश्चन अबाउट द अजंता अलोरा केव्स बारे, ये कितने ने, ठीक है जी। फिर कौनकान वैली नहीं बेसिकली कौनकान घाट्स ने, इन्हां बारे भी वैसटर्न अपनी साइड के उत्ते वैसटर्न घाट्स पैंदे ने। जे तुसी इंडिया का मैप देखते हो इत्थे ये, ठीक है। सो ये मालाबार घाट है, और ये उपर जिहड़ा सीगा ये कौनकान घाट जिहड़ा है महाराष्ट्र बॉर्डर के उत्ते पै जांदा गोवा तक, उन्होंने कौनकान घाट कहा जाता है। इस तरह के क्वेश्चन जिहड़े सीगे एग्जाम दे विच पुछे गए ने। सो इन्हां चीज़ां नाल तुहानूं आइडिया हो जाएगा कि पेपर किस तरीके का आ रहा है। दैट इज़ इंपॉर्टेंट। बेसिकली तुहानूं यह आइडिया है दस्सण दा कि तुहानूं आइडिया हो जाए कि पेपर किस तरीके का आ रहा है, और ये अकॉर्डिंगली ही तैयारी तुसीं अपनी जिहड़ी सी जारी रखो। पेपर का रेंज काफ़ी ज़्यादा है, नंबर ऑफ क्वेश्चन भी काफ़ी ज़्यादा ने, पर इन्हां चीज़ों तो घबराउणा नहीं। एंड वंस अगेन जिहड़े पेपर दे के आए ने उन्होंने मैं ये कहना चाहूँगा कि थोड़ा पहला पेपर सीगा थोड़े वास्ते डेफिनेटली औखा रहेगा, और नॉर्मलाइजेशन के बेसिस के उत्ते थोड़े नंबर वधणगे, और अगे जिहड़े पेपर करके आउणगे, क्योंकि हुण जिवें जिवें पता लग रहा उन्होंने किस तरीके के क्वेश्चन आ रहे हैं, हो सकता है कि उत्थे कंपीटीशन ज़्यादा होवे, कंपीटीशन ज़्यादा होएगा तो नॉर्मलाइजेशन वो किते नीचे आ जाएंगे। सो इन्हां चीज़ों तो घबराना नहीं, ठीक है जी। वैसे तो देखा जाए इस तरह की शिफ्टां दे विच पेपर लैण दे नाल काफ़ी कुछ गड़बड़ हो जाती है, काफ़ी कुछ गड़बड़ हो जाती है। क्यों? क्योंकि मैनू किस तरीके के क्वेश्चन आए ने, थानू किस तरीके के क्वेश्चन आए ने, फिर मेरी शिफ्ट में किस तरीके के कैंडीडेट्स बैठे हुए ने, इन्हां सारिया चीज़ों के उत्ते बहुत ज़्यादा डिपेंड करता है। बट स्टैटिस्टिक्स ये कहती है कि नॉर्मलाइजेशन के बेसिस के उत्ते चल के जिहड़ा सीगा काफ़ी हद तक असी प्रोसैस नूं ठीक कर लैंदे हां। सो उम्मीद करते हैं कि ये सारी चीज़ां ठीक होणगियां, और तसल्लियां दे नाल पेपर दे के आओ। वंस अगेन टाइम बहुत बहुत घट सीगा तैयारी करने वास्ते, और ये चीज़ सारिਆਂ वास्ते लागू होंदी है, कल्ले जिहड़े पेपर दे के आए ने उन्हां वास्ते नहीं, और जिहड़े पेपर देण जा रहे हैं उन्हां वास्ते नहीं, सारिਆਂ वास्ते ये समा सीगा बहुत घट सीगा। पर अपना तसल्लियां दे नाल पेपर दे के आओ, और उस चीज़ नूं लेट अस शेयर इट ऑल्सो, ताकि जिहड़ा सीगा असी पेपर नूं एनालाइज कर सकीए और देख सकीए कि पेपर तुसी किस तरीके का करके आए हो। क्योंकि हर एक दे दिल दे विच यही चीज़ होंदी है कि मेरा पेपर किस तरीके का होया, और इहदा जवाब ठीक होणगे कि नहीं होणगे। इन्हां दे जवाब भी तुहाडे नाल जिहड़ा सीगा असी अलग दोबारा डिस्कस करते हैं। बट राइट नाउ जिहड़ा पर्पस सीगा टू गेट टू नो कि किस तरीके का पेपर आया, और हुण सवेरे फिर तुसी 7 साढ़े 7 बजे कैंडीडेट्स ने सेंटर पर पहुँचना टाइम सिर पहुँचना, गल का ख्याल रखियो, और लाइट फूड रखना है।
ਹੈਵੀ ਪ੍ਰੋਟੀਨ ਡਾਈਟ ਜਿਹੜੀ ਸੀ ਉਹ ਲੈ ਕੇ ਜਾਣੀ ਹੈ। ਔਰ ਜਿਵੇਂ ਮੈਂ ਪਹਿਲਾਂ ਕਹਿੰਦਾ ਸੀ ਕਿ ਬਜ਼ੁਰਗ ਕਹਿੰਦੇ ਹੁੰਦੇ ਸੀ ਦਹੀਂ ਸ਼ੱਕਰ ਜਿਹੜਾ ਸੀ ਖਾ ਕੇ ਜਾਓ, ਕਿਉਂਕਿ ਪ੍ਰੋਟੀਨ ਜਿਹੜਾ ਸੀਗਾ 2 ਘੰਟੇ ਦਾ ਭਾਵੇਂ ਪੇਪਰ ਹੋਵੇ, ਪਰ ਦਿਮਾਗ ਇੰਨੀ ਤੇਜ਼ੀ ਨਾਲ ਚੱਲਦਾ ਉੱਥੇ ਕਿ ਥਕਾਵਟ ਹੋ ਜਾਂਦੀ ਹੈ। ਇਸ ਕਰਕੇ ਉਹ ਸਾਰੀਆਂ ਇੰਸਟਰਕਸ਼ਨਸ ਉਹਨਾਂ ਦਾ ਵੀ ਖਿਆਲ ਰੱਖਣਾ, ਔਰ ਖਾਸ ਤੌਰ 'ਤੇ ਡਾਈਟ ਦਾ ਖਿਆਲ ਰੱਖਣਾ ਕਿ ਤੁਹਾਡੀ ਜਿਹੜੀ ਡਾਈਟ ਸੀ ਉਹ ਠੀਕ ਹੋਣੀ ਚਾਹੀਦੀ ਹੈ, ਹਲਕੀ ਹੋਣੀ ਚਾਹੀਦੀ ਹੈ ਔਰ ਨਿਊਟ੍ਰੀਸ਼ੀਅਸ ਹੋਣੀ ਚਾਹੀਦੀ ਹੈ, ਤਾਂ ਕਿ ਪੇਪਰ ਦੇ ਵਿੱਚ ਥਕਾਨ ਨਾ ਹੋਵੇ। ਇੱਕ ਚੰਗੀ ਨੀਂਦ ਲੈ ਕੇ ਸੌਣਾ, ਔਰ ਤਾਂ ਵੀ ਉਹ ਵੀ ਜਿਹੜੀ ਚੀਜ਼ ਹੈ ਬਹੁਤ ਜ਼ਰੂਰੀ ਹੈ, ਕਿਉਂਕਿ ਹੁਣ ਕਿਤਾਬਾਂ ਪੜ੍ਹਨ ਦਾ ਟਾਈਮ ਨਹੀਂ, ਹੁਣ ਸਿਰਫ ਅਟੈਂਪਟ ਕਰਨ ਦਾ ਟਾਈਮ ਹੈ। ਔਰ ਆਪਣੇ ਆਪ 'ਤੇ ਆਪਣਾ ਵਿਸ਼ਵਾਸ, ਦ੍ਰਿੜ ਵਿਸ਼ਵਾਸ ਜਿਹੜਾ ਸੀਗਾ ਉਸ ਦੇ ਨਾਲ ਪੇਪਰ ਦੇ ਕੇ ਆਓ। ਇਹੀ ਉਮੀਦ ਕਰਦੇ ਹਾਂ ਕਿ ਕਾਮਯਾਬੀਆਂ ਹਾਸਲ ਕਰੋਗੇ। ਵਾਂਸ ਅਗੇਨ ਵਿਸ਼ ਯੂ ਆਲ ਦ ਬੈਸਟ ਐਂਡ ਵਿਸ਼ ਯੂ ਗੁੱਡ ਲੱਕ।